अस्सलाम वालेकुम नज़र चांद ਤੁਹਾਡੇ ਨਾਲ ਅਮਰੀਕਾ ਤੋਂ ਰਾਬਤੇ 'ਚ ਇੱਥੇ ਬਾਹਰ ਦਰਜਾ ਹਰਾਰਤ ਇਸ ਵਕਤ 28 ਡਿਗਰੀ ਸੈਂਟੀਗ੍ਰੇਡ ਹੈ। ਹੁਣ ਮੈਂ ਬੜਾ ਸੁਬਾਹ ਨੂੰ ਯੂਵੀ ਇੰਡੈਕਸ ਦੇਖਦਾ ਅਲਟਰਾਵਾਇਲਟ ਰੇਜ਼ ਦਾ ਉਹਦੀ ਵਾਰਨਿੰਗ ਐਕਚੁਅਲੀ ਸੁਬਾਹ ਮੌਸਮ ਦੇ ਉਹਦੇ ਤੇ ਲਿਖੀ ਹੁੰਦੀ ਹੈ ਤੇ ਅੱਜ 10 ਵਜੇ ਸਵੇਰ ਤੋਂ 5 ਵਜੇ ਸ਼ਾਮ ਤੱਕ ਦੀ ਸੀ ਜਿਹਦਾ ਮਤਲਬ ਹੈ ਕਿ ਮੈਂ ਹੁਣ ਨਿਕਲਣਾ ਬਾਹਰ ਲਾਇਬ੍ਰੇਰੀ ਜਾਣਾ ਵੀ ਫਿਲਹਾਲ ਰੋਕਿਆ ਹੋਇਆ 9 ਵਜੇ ਤੱਕ ਕੁਛ ਦਿਨ ਲਾਇਬ੍ਰੇਰੀ ਹੁੰਦੀ ਹੈ। ਅੱਜ ਦੇਖਾਂਗਾ ਅਗਰ ਮਗਰਬ ਤੋਂ ਬਾਅਦ ਹੋਵੇ ਮਗਰਬ ਵੀ ਹੁਣ 8:30 ਹੁੰਦੀ ਹੈ ਲਾਇਬ੍ਰੇਰੀ ਜਾਇਆ ਜਾ ਸਕਿਆ ਜਾਂ ਇੰਡੈਕਸ ਤੇ ਵੈਸੇ 5 ਵਜੇ ਤੋਂ ਬਾਅਦ ਠੀਕ ਹੋ ਜਾਏਗਾ 5-6 ਵਜੇ ਤੋਂ ਬਾਅਦ। ਇਹ ਵੀ ਬੜੇ ਇੱਥੇ ਮਸਲੇ ਮਸਾਇਲ ਹੈ ਥੋੜੇ ਬਹੁਤ। ਮੇਰਾ ਉਹ ਰੂਟੀਨ ਸਫ਼ਰ ਦਾ ਅਜੇ ਤੱਕ ਉਹ ਬਰਕਰਾਰ ਮੈਂ ਉਹ ਦੁਬਾਰਾ ਵਾਪਸ ਨਹੀਂ ਆ ਸਕਿਆ। ਜਿਹੜੀ ਰੂਟੀਨ 11-12 ਵਜੇ ਉੱਠਣ ਦੀ ਸੀ ਉਹ 3 ਤੋਂ 4 ਵਜੇ ਤੱਕ ਖਾਣੇ ਦੀ ਸਲੋਟ ਚਲੀ ਗਈ ਹੈ। ਉਹ 1 ਮੀਲ ਅ ਡੇ ਵਾਲਾ ਮੇਰਾ ਜਿਹੜਾ ਸਿਲਸਿਲਾ ਹੈ ਔਰ ਬੜਾ ਉਹ ਸੁਸਤ ਹੋ ਜਾਂਦਾ ਹੈ। ਲੇਕਿਨ ਫਿਰ ਮੈਨੂੰ ਲੋਕਾਂ ਦਾ ਵੀ ਖਿਆਲ ਆਉਂਦਾ ਹੈ ਜਿਹੜੇ ਵੀਲੋਗ ਦਾ ਇੰਤਜ਼ਾਰ ਕਰਦੇ ਹੁੰਦੇ ਆ। ਅੱਜ ਮੈਨੂੰ ਅਲਾਮਾ ਇਕਬਾਲ ਦਾ ਸ਼ਿਕਵਾ ਯਾਦ ਆ ਗਿਆ। ਉਹਦੇ ਅਲਫਾਜ਼ ਵੀ ਕੁਛ ਇਸ ਤਰ੍ਹਾਂ ਦੇ ਹੀ ਸੀ। क्यों ज़ियाकार बनूं क्यों ज़ियाकार बनूं सूद फरामोश रहूं क्यों ज़ियाकार बनूं सूद फरामोश रहूं फ़िक्र फ़रदा न करूं महवे गमे दोष रहूं फ़िक्र फ़रदा न करूं महवे गमे दोष रहूं नाले बुलबुल के सनूं और हमातन गोश रहूं हम नवा मैं भी कोई गुल हूं के खामोश रहूं। बस ऐ मसला के हम नवा मैं भी कोई गुल हूँ कि खामोश रहूं क्यों ज़ियाकार बनूं क्यों सूद फरामोश बनूं फ़िक्र फ़रदा न करूं महवे गमे दोष रहूं फ़िक्र फ़रदा न करूं महवे गमे दोष रहूं। ਉਹ ਤੋਂ ਯਾਦ ਆਇਆ ਡਾਕਟਰ ਸਾਹਿਬ ਨੇ ਫਿਕਰ ਦੀ ਮਹਿਫਿਲ ਸਾਡੇ ਡਾਕਟਰ ਸਾਹਿਬ ਨਸਰ ਸ਼ਾਹਿਦ ਨੌਰ ਨੈਵਰ ਵਾਲੇ ਉਹਨਾਂ ਵਿਚਾਰਿਆਂ ਮੈਂ ਕਹਾਂਗਾ ਕਿ ਬਹੁਤ ਹੀ ਜ਼ਿਆਦਾ ਪੇਟ ਦਰਦ ਉੱਠ ਰਿਹਾ ਪਾਕਿਸਤਾਨੀਆਂ ਲਈ। ਉੱਠਣਾ ਵੀ ਚਾਹੀਦਾ ਆ। ਕੰਸਰਨ ਬਹੁਤ ਜ਼ਿਆਦਾ ਹੈ ਉਹਨਾਂ ਦੇ ਵੀ ਮੇਰੀ ਤਰ੍ਹਾਂ ਕੋਈ ਏਡੇ ਪਾਕਿਸਤਾਨ ਸਟੇਟ ਨਹੀਂ ਹੈ ਲੇਕਿਨ ਅਸੀਂ ਪੈਦਾ ਪਾਕਿਸਤਾਨ 'ਚ ਹੋਏ ਪੜ੍ਹੇ ਲਿਖੇ ਪਾਕਿਸਤਾਨ ਤੋਂ ਵੀ ਉਹ ਲੋਟ ਟੂ ਪਾਕਿਸਤਾਨ। ਉਹਨਾਂ ਨੇ ਕੋਈ ਫਿਕਰ ਦੀ ਇੱਕ ਮਹਿਫਿਲ ਰੱਖੀ ਹੈ ਅੱਗੇ ਐਕਸ਼ਨ ਲਈ ਔਰ ਉਹਨਾਂ ਦਾ ਬੜਾ ਉਹ ਪ੍ਰੈਕਟੀਕਲੀ ਕਿਉਂਕਿ ਸਾਇੰਟੀਫਿਕ ਅਪਰੋਚ ਤੇ ਚੱਲਦੇ ਆ ਗੱਲਾਂ ਬਾਤੀ ਨਹੀਂ ਐਕਸ਼ਨ ਪਲਾਨ ਤੇ ਉਹਨਾਂ ਨੇ ਉਹ ਜਿਸ ਤਰ੍ਹਾਂ ਵਾਸ਼ਿੰਗਟਨ ਦੇ ਪ੍ਰੋਟੈਸਟ ਦਾ ਵੀ ਕੀਤਾ ਸੀ। ਹੁਣ ਵੀ ਉਹ ਕਹਿੰਦੇ ਆ ਕਿ ਦੋ ਬੰਦੇ ਹੀ ਕੋਈ ਲੈ ਆਏ। ਮਤਲਬ ਮੈਂ ਅਗਰ ਉਹਨਾਂ ਦੀ ਤਨਜ਼ੀਮ 'ਚ ਕਨੈਕਟਡ ਹੈ ਮੈਂ 2 ਬੰਦੇ ਲੈ ਆਵਾਂ ਤੇ ਮੇਰੇ ਲਈ ਤੇ ਸ਼ਾਇਦ ਨਿਕਲਣਾ ਮੁਸ਼ਕਿਲ ਹੋਵੇ। ਅਜੇ ਤੱਕ ਮੈਂ ਜ਼ਰਾ ਰੈਸਟ ਹੀ ਹੈ। ਬਹਰਹਾਲ ਮੇਰੇ ਵੱਲੋਂ ਜਿਹੜੇ ਕਮ ਸੇ ਕਮ 2 ਬੰਦੇ ਬਰੁਕਲਿਨ ਏਰੀਆ ਜਾਂ ਕੁਈਨਸ ਦੀ ਏਰੀਆ ਤੋਂ ਕੱਲ 7 ਵਜੇ ਗੌਰਮੈਂਟ ਕੋਨੀ ਆਈਲੈਂਡ ਕਾਬਾ ਸ਼ਾਬਾ ਵੀ ਡਾਕਟਰ ਸਾਹਿਬ ਦੇਣਗੇ ਯਾਰ ਸਮੋਸੇ ਖਾਣਾ ਉੱਤੇ ਜਲੇਬੀ ਸਮੋਸੇ ਡਾਕਟਰ ਸਾਹਿਬ ਟਕਾ ਕੇ ਦੇਣਾ ਫਿਰ ਲੱਸੀ ਪਿਲਾਣਾ ਉਤੋਂ ਫਿਰ ਹੁਣ ਦੱਸੋ ਡਾਕਟਰ ਸਾਹਿਬ ਕੀ ਕਰੀਏ ਪਾਕਿਸਤਾਨ ਲਈ। ਵਾਹ ਨਾਲ ਨੀਂਦ ਕੁਛ ਨਹੀਂ ਪਾਕਿਸਤਾਨੀਆਂ ਤੁਹਾਡਾ ਬੰਦਾ ਕੁਛ ਨਹੀਂ ਮੈਨੂੰ ਨਜ਼ਰ ਆ ਰਿਹਾ ਬਿਲਕੁਲ ਵੀ। ਉਹ 3 ਜਿਹੜੇ ਅਲਫਾਜ਼ ਹੈ ਜਿਹੜੇ ਉਹ ਜਰਨਲਿਸਟ ਵੀ ਹੈ ਮੈਂ ਡੰਕਨ ਨੇ ਵੀ ਕੋਟ ਕੀਤੇ। ਉਹ ਹਸਨ ਅਬਾਸ ਨੇ ਕਿਤਾਬ ਦੀ ਆਪਣੀ ਹੈਡਿੰਗ ਹੀ ਇਹ ਟਕਾਤੀ 1992 ਦੀ ਇੱਕ ਮੂਵੀ ਤੇ ਵੀ ਸੀ ਉਹ ਕਿਹੜੀ ਉਹ ਪਾਕਿਸਤਾਨ ਤੇ ਬਣੀ ਅੱਲਾ ਅਮਰੀਕਾ ਐਂਡ ਯਾਰ ਇਹ 3 ਅਲਫਾਂ ਤੋਂ ਜਾਨ ਛੁਡਾ ਲਓ। ਇਹ ਅੱਜ ਮੈਂ ਹੈਡਿੰਗ ਵੀ ਲਿਖੀ ਹੈ ਅੱਲਾ ਤੋਂ ਵੀ ਜਾਨ ਛੁਡਾਓ। ਅੱਲਾ ਤੁਹਾਡੇ ਅੰਦਰ ਹੈ ਤੁਸੀਂ ਵੀ ਖੁਦਾ ਹੋ ਤੁਸੀਂ ਵੀ ਮਿਨੀ ਖੁਦਾ ਹੋ ਯਾਰ ਬਾਹਰ ਅੱਲਾ ਕੋਈ ਨਹੀਂ ਹੈ। ਉਹ ਹੋ ਜਾਏਗਾ ਦੇਖ ਲਾਂਗੇ ਅੱਲਾ ਮਾਲਿਕ ਹੈ ਬਿਲਕੁਲ ਵੀ ਨਹੀਂ ਹੈ। ਫੌਜ ਤੇ ਤੁਹਾਡਾ ਵੈਸੇ ਹੀ ਢੂਆ ਜੈਕ ਦੇ ਕੇ ਤੁਹਾਡਾ ਢੂਆ ਕੱਸਿਆ ਉਹਨਾਂ ਨੇ ਔਰ ਬਾਕੀ ਅਮਰੀਕਾ ਦਾ ਤੁਹਾਨੂੰ ਪਤਾ ਹੀ ਹੈ ਉਹਨਾਂ ਨੇ ਇੱਕ ਡਰਾਮਾ ਉਹ ਦੇਖ ਲਓ। ਤੁਹਾਡਾ ਕੀ ਖਿਆਲ ਹੈ ਕਿ ਰਿਚਰਡ ਗ੍ਰੈਨਲ ਇਹ ਸਾਰੇ ਇਮਰਾਨ ਖਾਨ ਨੂੰ ਬਾਹਰ ਵਾਕਈ ਲਿਆਉਣਾ ਚਾਹਣ ਇਹਨਾਂ ਲਈ ਤੇ 10 ਮਿੰਟ ਦਾ ਕੰਮ ਹੈ ਨਹੀਂ ਚਾਹੁੰਦੇ ਡਰਾਮੇ ਕਰ ਰਹੇ ਆ ਕਾਸਿਮ ਔਰ ਉਹਨੇ ਸਾਰਾ ਟੋਫੀਆਂ ਸ਼ੋਫੀਆਂ ਸੂਦਿੰਗ ਇਫੈਕਟ ਉਹ ਇਮਰਾਨ ਖਾਨ ਨੂੰ ਕਤਲ ਕਰਨੇ ਦਾ ਖਤਮ ਕਰਨ ਦਾ ਫਿਨਿਸ਼ ਕਰਨ ਦਾ ਨਾ ਹੁਣ ਸੂਦਿੰਗ ਇਫੈਕਟ ਅਮਰੀਕਾ ਦੇਗਾ। ਉਹ ਸਾਡਾ ਹੱਥ ਨਹੀਂ ਔਰ ਇਹ ਵੀ ਕੱਲ ਤੋਂ ਫਿਰ ਟਰਾਇਲ ਹੁਣ ਸ਼ੁਰੂ ਕਰ ਰਹੇ ਨੇ ਕਿ ਅੱਛਾ ਮਿਲ ਮੁਲ ਵੀ ਲਿਆ ਕਰੋ ਗੰਡਾਪੁਰ ਸਾਰੇ ਵਿਕ ਗਏ ਸਾਰੇ। ਔਰ ਇਹਦੇ ਬਾਰੇ ਚ ਮੈਂ ਬਲਕਿ
ਸਟਾਰਟ ਲਵਾਂਗਾ ਪਾਕਿਸਤਾਨੀਆਂ ਦੀ। ਇੱਕ ਕੈਨੇਡਾ 'ਚ ਅਜ਼ਾਈਲਮ ਲਿਆ ਹੈ ਇੱਕ ਪਾਕਿਸਤਾਨੀ ਨੇ, ਵਿਚਾਰੇ ਨੇ ਬਹੁਤ ਬੁਰੇ ਬਾਂਕੇ ਦਿਹਾੜੇ ਪਾਕਿਸਤਾਨ 'ਚ ਉਹਦੀ ਜਿੰਨੀ ਢੋਈ ਵੱਜਦੀ ਰਹੀ। ਅੱਜ ਦੇ ਪ੍ਰੋਗਰਾਮ ਤੇ ਇਹੀ ਜੀ ਕਿ ਹਮਾਦ ਅਜ਼ਹਰ ਨੂੰ ਇਜਾਜ਼ਤ ਮਿਲ ਗਈ ਆਪਣੇ ਪਿਓ ਦੇ ਜਨਾਜ਼ੇ ਤੇ ਜਾਣ ਦੀ, ਸੀਟਾਂ ਖਾਲੀ ਹੋ ਗਈਆਂ, ਠੀਕ ਹੈ ਜੀ। ਉਹਨੇ ਸੀਟਾਂ ਖਾਲੀ ਹੋ ਗਈਆਂ, ਉਹ ਮੌਜ ਕਰਨ, ਠੀਕ ਹੈ ਨਾ ਜੀ। ਸਾਰੇ ਉਹਨਾਂ ਦੇ ਬੰਦੇ ਫਿਰ ਇਹਦੇ ਤੇ ਆ ਜਾਣਗੇ, ਠੀਕ ਹੈ ਜੀ। ਔਰ ਲਓ ਜੀ, ਇਹ ਹੈ करोड़ लानते हों इक़्तिदार देने वाले पर, करोड़ लानते हों इक़्तिदार लेने वालों पर, करोड़ लानते हों इन लोगों पर जो ये कहते थे नवाज शरीफ खाता भी है और लगाता भी है। 78 करोड़ लानते हों नापाक फौज पर जिसने इस मुल्क को ना सही सिमत पर चलने, ना माशी तरक्की, ना माशी और माशरती सियासी इस्तेकाम होने दिया। कभी मार्शल लॉ लगा, कभी रेफरेंडम किया, कभी भुट्टो लाए, कभी नवाज शरीफ लाए, कभी कभी जरदारी लाए, कभी निगरान लाए, कभी शुजात लाए, कभी काकड़ लाए, कभी शहबाज लाए, कभी साजा, कभी माजा, कभी इमरान हटा, कभी इलेक्शन कराया, इलेक्शन चुराया, कभी खुद ही फील्ड मार्शल बन गए, कभी सदर पाकिस्तान बन गए, कभी हीरोइन ला, कभी क्लाशनकोव ला, कभी ड्रोन ला, कभी मुजाहिदीन ला, कभी जहादी ला, कभी तालिबान ला, कभी इंतहा पसंद ला, कभी दहशतगर्द ला, कभी दहशत गर्दी ला, कभी नाल मालूम ला, कभी वीगो डाले ला। आखिर में बड़ी मुआजरत के साथ 28 करोड़ पाकिस्तानी अवाम पर 28 करोड़ लानते हों जिन्होंने इन हराम जादों पर 78 साल भरोसा किया। 78 ਸਾਲ ਇਹ ਗੱਲ ਵੈਸੇ ਠੀਕ ਹੈ, ਬੰਦਾ ਬਾਬਾ ਕਹਿ ਰਿਹਾ ਭਰੋਸਾ ਤੁਸੀਂ ਕੀਤਾ, ਮੈਂ ਨਹੀਂ ਕੀਤਾ। ਮੈਂ 2002 ਤੋਂ ਤੇ ਇਹਨਾਂ ਦੀ ਢੂਈ ਮਾਰ ਰਿਹਾ। ਭਰੋਸਾ ਤੇ ਜਨਾਬ 1979 ਚ ਮੈਂ 89 ਚ STMC ਇੰਟਰਨਲ ਸਿਕਿਉਰਿਟੀ ਡਿਊਟੀ ਤੇ ਰੇਂਜਰ ਵਾਲੇ ਆਂਦੇ ਸੀ। ਉਹ ਮੈਂ ਇੱਕ ਪੈਟਰੋਲ ਦੀਆਂ ਪਰਚੀਆਂ ਸਾਈਨ ਕਰਨ ਲਈ ਆਈਆਂ। ਮੈਂ ਕਿਹਾ ਉਹ ਇੰਨਾ ਪੈਟਰੋਲ, ਇਹ ਤੇ ਕੋਈ 100 ਟਰੱਕ ਰੋਜ਼ ਚਲਾਉਂਦੇ ਸੀ। ਉਹ ਨਾਜ਼ਰ ਨੂੰ ਬੁਲਾਇਆ, ਏਡੀ ਏਡੀ ਦਾੜੀ ਤਬਲੀਗਾ ਮੁਨਾਫਕ, ਕਹਿੰਦਾ ਸਰ ਉਹ ਸਾਡੇ ਮੇਜਰ ਸਾਹਿਬ ਗੁਜਰਾਤ ਚ ਘਰ ਬਣਾ ਰਹੇ ਨੇ। 89 ਚ ਮੈਂ ਤੇ ਕਦੀ ਇਹਨਾਂ ਤੇ ਨਹੀਂ, ਮੈਂ ਕੈਂਟ ਚ ਰਹਿੰਦਾ, 1974 ਤੋਂ ਲਾਹੌਰ ਕੈਂਟ ਚ ਰਹਿੰਦਾ। ਇਹਨਾਂ ਹਰਾਮਜ਼ਾਦੇ ਕੁੱਤਿਆਂ ਨੂੰ ਦੇਖਿਆ। ਕੱਲ ਮੈਂ ਕੋਟ ਕੀਤਾ ਸੀ ਆਜ਼ਾਦ ਕਸ਼ਮੀਰ ਦੇ ਮੁਸਲਮਾਨ ਭਰਾ ਨੂੰ, ਜਿਹਨੇ ਕਿਹਾ ਕਿ ਇੰਡੀਅਨ ਫੌਜ ਬੜੀ ਪੈਟਰੀਓਟਿਕ ਹੈ। ਮੈਂ ਕਿਹਾ ਇੰਡੀਅਨ ਅਵਾਮ ਵੀ ਬੜੀ ਪੈਟਰੀਓਟਿਕ ਹੈ। ਪਾਕਿਸਤਾਨੀ ਫੌਜ ਵੀ ਪੈਟਰੀਓਟਿਕ ਨਹੀਂ, ਅਵਾਮ ਵੀ ਪੈਟਰੀਓਟਿਕ ਨਹੀਂ। ਤੇ ਤੁਸੀਂ ਦੇਖ ਲਓ, ਇਹ ਹੋਣਾ ਸੀ। ਉਹਨੇ ਕਿਹਾ ਉਹ ਪੂਨਾ ਚ ਰਹਿੰਦਾ ਆ 2 ਫਲੈਟ ਦੇ ਕਮਰੇ ਚ, 2 ਕਮਰੇ ਦੇ ਸੌਰੀ ਫਲੈਟ ਚ ਜਰਨੈਲ ਉਹਨਾਂ ਦਾ ਜਿਹੜਾ, ਠੀਕ ਹੈ ਜੀ। कभी मुजाहिदीन ला, कभी जहादी ला, कभी तालिबान ला, कभी इंतहा पसंद ला, कभी दहशतगर्द ला, कभी दहशतगर्दी ला, कभी नामालूम ला, कभी वीगो डाले ला। 28 करोड़ पाकिस्तानी अवाम पर 28 करोड़ लानते हैं जिन्होंने इन हरामजादों पर 78 साल भरोसा किया। और इन्होंने अवाम को कोई रिलीफ नहीं दिया सिवाय बेरोजगारी, महंगाई, गुर्बत, मुफलसी, कर्जे, मकरूजियत, लाशें, गोलियां, आंसू गैस, बिजली महंगी, गैस महंगी, पानी, रोटी महंगा, आटा महंगा। ऐसी बगैरत नामुराद है जिसे अवाम पूरी दुनिया में नहीं मिलेगी। ऐसी अवाम जो अपने बुनियादी इंसानी हकूक, अपने और अपने बच्चे आने वाली नस्लों के मुस्तकबिल के लिए बाहर ना निकले। और 2000 खानदानों प्लस 7 लाख नापाक फौज और जनरलों, कर्नेलों, ब्रिगेडियरों, कोर कमांडरों, मेजरों, कैप्टनों और उनके बीवी बच्चों की तमाम मराद प्रोटोकॉल के साथ अयाशियाँ फराहम करे और खुदकशियाँ नहरों में चलांगे, डोंकी पर समुंदर में मरें और बच्चा बच्चा टैक्स भी दे, छितर भी खाए और अपने हकूक के लिए जिनके बदले में टैक्स देते हैं ना निकले। बहुत अफसोस का मुकाम है। जिन दोस्तों को मेरी बातें समझ आएं, बराह करम इन सादा लोग अवाम को समझाएं और अवाम को शऊर दिलाने के लिए ज़्यादा से ज़्यादा शेयर करें। ਇਹ ਮੈਸੇਜ ਮੈਂ ਉਹਨਾਂ ਦੇ ਨਾਂ ਦੇ ਬਗੈਰ ਆਪਣੇ ਕਮੈਂਟ ਸੈਕਸ਼ਨ 'ਚ ਪਾ ਦਿਆਂਗਾ ਔਰ ਤੁਸੀਂ ਉੱਥੋਂ ਕਾਪੀ ਕਰਕੇ ਤੇ ਇਹਨੂੰ ਜ਼ਿਆਦਾ ਜ਼ਿਆਦਾ ਸ਼ੇਅਰ ਕਰੋ WhatsApp ਵਗੈਰਾ ਤੇ। ਕੋਈ ਨਹੀਂ ਯਾਰ, ਤੁਸੀਂ ਹੋਰ ਤੇ ਕੋਈ ਰਜ਼ਾਈ ਤੋਂ ਬੈਠ ਕੇ ਟੁੱਚਾ ਜਿਹਾ ਮਾਰ ਦੇਣਾ, ਪਤਾ ਹੀ ਨਹੀਂ ਲੱਗਣਾ ਕਿਹਨੇ ਮਾਰਿਆ, ਠੀਕ ਹੈ ਨਾ ਜੀ। ਫਰਸਟ੍ਰੇਟਿੰਗ ਹੈ ਤੁਹਾਡਾ ਜਿਹੜਾ ਐਟੀਟਿਊਡ ਹੈ, ਜਿਸ ਤਰ੍ਹਾਂ ਲੋਕ ਮਰ ਰਹੇ ਨੇ ਔਰ ਜਿਸ ਤਰ੍ਹਾਂ ਉਹ ਸਾਰੇ ਹਰਾਮਜ਼ਾਦੇ ਅਯਾਸ਼ੀਆਂ ਕਰ ਰਹੇ ਨੇ।
ਫਿਰ ਮੈਂ ਕੁਛ ਹੋਰ ਮੈਸੇਜ ਦੇਖ ਰਿਹਾ ਸੀ ਕਿ ਇਹ ਮੈਂ ਤੁਹਾਨੂੰ ਦੱਸਦਾ ਹਾਂ ਕਿ ਇੱਕ ਤੇ ਜਨਾਬ ਸਾਹਿਬ I am glad to Hasib Saab, I am glad you showed this to Pakistan audience and also liked your comment about the prices for yacht, etc. Most of the Pakistani don't know the extent of money in US. Paisa jinna America ch hai. They talk in crores. Even if you have 100 crore, it's around $10 million hai sirf. America da toda 100 crore, which is not much. I came to USA a teenager. ਇਹ ਬੰਦੇ ਫਰਮਾ ਰਿਹਾ ਕਿ ਮੈਂ ਟੀਨੇਜਰ ਦੇ ਤੌਰ ਤੇ ਇੱਥੇ ਆਇਆ ਸੀ and from an affluent family 1999 ਚ ਪਾਕਿਸਤਾਨ ਅੱਛੀ ਫੈਮਿਲੀ ਤੋਂ I used to make $3000 2001 2004 just by doing pizza deliveries so ਕਰਦਾ ਸੀ got my first credit for $10,000 19 ਸਾਲ my father bought properties in early 2000 which was 300,000 each, now over $1 million with a less income but utilizing the credit and financial discipline. Many Pakistanis go under credit card debt. Oh, they khair khud hi wo debt karke te chalo jao dafa ho because they don't know how to make use of it, spend on luxuries just like Lahore and Karachi. NY and Los Angeles are expensive was even average house in LA starts Los Angeles the ਐਵਰੇਜ ਕਾਰ $1 ਮਿਲੀਅਨ ਤੇ ਸਟਾਰਟ ਕਰਦਾ ਉਹ ਦੱਸਣਾ ਚਾਹ ਰਿਹਾ ਸੀ ਜਿਹੜਾ ਮੈਂ ਕਹਿੰਦਾ ਸੀ ਕਿ ਉਹ $2 ਬਿਲੀਅਨ ਦੀ ਹੈ ਬਲਕਿ $4 ਬਿਲੀਅਨ ਦੀ ਉਹ ਨਵੀਂ ਤੇ ਉਹ ਆਪਣੀ ਸ਼ਿਪ ਲਿਆ ਰਹੇ ਨੇ ਇਹਦੇ ਤੇ ਬਹਿਰਹਾਲ ਉਹਨੇ ਕਮੈਂਟ ਕੀਤਾ ਸੀ ਇੱਕ ਹੋਰ ਕਮੈਂਟ ਸੀ ਕਿ ਨੈਬ ਆਪਰੇਸ਼ਨ ਕੋਹਿਸਤਾਨ 'ਚ ਹੋਇਆ ਜਿਹਦੇ 'ਚ $1 ਟ੍ਰਿਲੀਅਨ ਰਿਕਵਰ ਹੋਇਆ 1000 ਅਰਬ ਟ੍ਰਿਲੀਅਨ ਠੀਕ ਹੈ ਜੀ ਅੱਛਾ ਜੀ 73 ਬੈਂਕ ਅਕਾਊਂਟਸ ਫ੍ਰੀਜ਼ ਹੋਏ 5 ਬਿਲੀਅਨ ਰੁਪੀਸ 5 ਬਿਲੀਅਨ ਤੇ ਉਹਨਾਂ ਅਕਾਊਂਟ ਸੀ 77 ਲਗਜ਼ਰੀ ਕਾਰਾਂ ਰਿਮੂਵ ਰਿਕਵਰਡ ਨੈਬ ਹੈਜ਼ ਅਰੈਸਟਡ ਕੰਟਰੈਕਟਰ ਅਯੂਬ ਪਹਿਲਾਂ ਵੀ ਇੱਕ ਅਯੂਬ ਅਫਰੀਦੀ ਸੀ ਇਹ ਤੇ ਅਯੂਬ ਨਾਮੀ ਸਾਰੇ ਪਾਕਿਸਤਾਨ ਨੂੰ ਲੁਟੇਰੇ ਮਿਲੇ ਆ with prominent politicians involved 25 billion rupees worth of assets recovered frozen. This is the level of corruption of government contractor. एक ठेकेदार दी level of corruption है कि $1 ट्रिलियन ਉਹਦੇ ਕੋਲ ਨਿਕਲਿਆ 1 ਬਿਲੀਅਨ 1 ਅਰਬ ਤੇ ਹੁਣ ਕੋਈ ਅਹਿਮੀਅਤ ਹੀ ਨਹੀਂ ਰੱਖਦਾ 1 ਅਰਬ ਦੇ ਕੇ ਸੈਨੇਟ ਵਗੈਰਾ ਚ ਗਏ ਨੇ ਠੀਕ ਹੈ ਜੀ and this is the level of corruption ਇੱਕ ਠੇਕੇਦਾਰ ਦਾ what must be the state of those overseeing the contracts ਇਸਲਾਮਿਕ ਜਮਹੂਰੀਆ ਪਾਕਿਸਤਾਨ ਕਿਹੜੀ ਇਸਲਾਮਿਕ ਜਮਹੂਰੀਆ ਓਏ ਕਿਹੜਾ ਅੱਲਾ ਯਾਰ ਕਿੱਥੇ ਅੱਲਾ ਲੱਭੋ ਨਾ ਉਹਨੂੰ ਫਿਰ ਉਹਦਾ ਤੇ ਡਰ ਹੀ ਨਹੀਂ ਤੁਹਾਨੂੰ ਜਿਹਦਾ ਡਰ ਹੀ ਨਹੀਂ ਇਜ਼ ਨਾਟ ਦੇਅਰ ਮੈਨੂੰ ਕਹਿੰਦੇ ਉਹ ਯਾਰ ਤੁਸੀਂ ਕਿਸ ਤਰ੍ਹਾਂ ਕਹਿਤਾ ਕਿ ਕੁਰਾਨ ਪਾਕ ਜੰਨਤ ਦੋਜ਼ਖ ਦਾ ਉੱਥੇ ਤੇ ਹੈ ਉੱਥੇ ਜੰਨਤ ਦੋਜ਼ਖ ਦਾ ਅਗਰ ਹੁੰਦਾ ਤੇ ਤੁਸੀਂ ਤੇ ਇਨਸਾਨ ਬਣੇ ਹੋਏ ਹੋਣਾ ਸੀ ਉਹ ਬਾਬਾ ਨਹੀਂ ਹੈ ਨਾ ਤੁਹਾਨੂੰ ਪਟਾਪਿਆ ਹੋਇਆ ਹੋਣਾ ਸੀ ਸਾਰੀਆਂ ਸਟੋਰੀਆਂ ਕਹਾਣੀਆਂ ਉਹਨਾਂ ਦੇ ਗਿਰਦ ਘੁੰਮੀ ਜਾ ਰਹੇ ਹੋ ਪਾਗਲਾਂ ਦੀ ਤਰ੍ਹਾਂ ਪੈਸੇ ਦੇ ਚੱਕਰ ਠੁੱਡੇ ਖਾ ਰਹੇ ਹੋ ਲਾਨਤ है ਤੁਹਾਡੇ MI खान साहब एम्स्टर्डम तो बहुत अच्छा लिखते हैं चीन ने इस हफ्ते में $160 अरब मालियत का दुनिया का सबसे बड़ा डैम उन्होंने जी वो डैम उत्ते तिब्बत दे उत्ते शुरू किया है $160 अरब ਦਾ ਅੱਛਾ ਜੀ ਤੇ ਬੰਗਲਾਦੇਸ਼ ਔਰ ਭਾਰਤ ਦੀਆਂ ਹੁਣ ਨੀਂਦਾਂ ਹਰਾਮ ਹੋ ਗਈ ਸਾਡੀ ਫੌਜ ਤੇ ਕੰਸਰਨ ਹੈ ਹੀ ਨਹੀਂ ਨਾ ਸਾਡੇ ਤੇ ਕਾਲਾ ਬਾਗ ਡੈਮ ਹਰਾਮਜ਼ਾਦੇ ਬਣਾਉਂਦੇ ਜ਼ਿਆ ਕਾਲਾ ਬਾਗ ਡੈਮ ਬਣਾਉਂਦਾ ਸੀ ਇਹਨੂੰ ਸਲੂਟ ਮਾਰਦੇ ਫਜ਼ਲੇ ਹੱਕੇ ਤੋਂ ਕੰਜਰ ਤੋਂ ਕਾਬੂ ਨਹੀਂ ਆ ਰਿਹਾ ਸੀ ਇਸ ਦੱਲੇ ਤੋਂ ਕੁੱਤੇ ਤੋਂ ਮਰ ਗਿਆ फिर एक कमेंट से अस्सलाम वालेकुम चौहान साहब अल्लाह पाक आपकी उम्र दराज करे जनाब ये मुल्क अंग्रेज़ों ने बनाया ही अपने दलालों के लिए था बिल्कुल जी दल्ले सारे जनाब ही दल्ला सी मुसलमानों के लिए बनाया होता तो पाकिस्तान में कुरान के मुताबिक अल्लाह का निज़ाम नाफिज होता दरअसल पाकिस्तान अमेरिका की टाउट रियासत है बिल्कुल सही फरमाया अच्छा जी इस वजह से जर्नैल सियासतदान मौलवी कभी भी अल्लाह का निज़ाम नाफिज नहीं होने देंगे पाकिस्तान में कुफ्र का निज़ाम है पाकिस्तान के अवाम कुफ्र के निज़ाम की पूजा कर रहे हैं ये कभी भी इनकलाब नहीं ला सकते पाकिस्तान के 26 करोड़ लोगों के ऊपर अल्लाह पाक ने शैतान लगा दिए हैं ताकि ये कुफ्र ही की पैरवी करें निज़ाम इलाही की ये मुखालिफत ही करते रहेंगे
इस वजह पूरी पाकिस्तान कौम अल्लाह पाक में के अजाब में गिरफ्तार है। इस 26 करोड़ बेहोश मर्दारों को सिर्फ और सिर्फ 2% 0.2 पर सेंट परसेंट शैतान कंट्रोल कर रहे हैं। इसलिए इनकलाब नहीं आ सकता। 2% शैतान होने क्या है, इन्हें 26 करोड़ नो कंट्रोल कर रहे हैं, अंदाजा लाओ जी। इसलिए इनकलाब इमरान खान एंड कंपनी भी इन कंट्रोल करने वाले शैतानों की बहुत बड़ी सपोर्टर थी। यस, दिस अ फैक्ट, अ वेरी सैड फैक्ट। अल्लाह पाक आपका हामी और नासिर है। वाह जी वाह, बहुत जबरदस्त कमेंट गुलाम राजपूत साहब। वजीरिस्तान में 35 नौजवानों ने अपना मेजर कत्ल कर दिया। इस्टेब्लिशमेंट के बुरे दिन शुरू, आखिरी हल इस्टेब्लिशमेंट है नौजवानों का बगावत। अंदाजा लाओ जी, मतलब बगावत उथे की उन्हें सब ਨੂੰ ਪੈਸੇ ਦੀ ਲੋੜੀਆਂ ਜਿਆਂ ਨੂੰ ਹਰ ਇੱਕ ਨੂੰ ਆਪਣੀ ਆਪਣੀ ਪਈ ਹੋਈ ਆ ਉਥੇ। ਬੰਦਾ ਕੀ ਕਰੇ, मतलब आदमी अफसोस उठता है कि यार इस तरह के भी पाकिस्तानी ने। फिर एक होर गालबन कमेंट सी मेरी जहन तो गुजरिया, नहीं मेरा ख्याल है मैं ਤੁਹਾਨੂੰ ਇਹ ਦੱਸਿਆ। ਇਹ ਸਾਡੇ ਸਾਰੇ ਬਾਬਾ ਜੀ ਆਪਣੇ ਫਾਲਟ ਨੇ, ਸਾਰੇ ਸਾਡੇ ਆਪਣੇ ਪਾਏ ਗੰਦ ਨੇ। ਔਰ ਇਹਨਾਂ ਦਾ ਹੋਰ ਉਹ ਕਮੈਂਟ ਐਕਚੁਅਲੀ ਇਹ ਸੀ ਕਿ ਉਹ ਬੰਦੇ ਨੇ ਕਿਹਾ ਜੀ ਤੁਸੀਂ ਉਰਦੂ ਚ ਕਰਿਆ ਕਰੋ, ਉਹ ਉਰਦੂ ਚ ਨਾ ਪੰਜਾਬੀ ਚ ਕਰਿਆ ਕਰੋ। ਇਹ ਯਾਰ ਇਹਨੇ ਇਹ ਝਗੜੇ ਖਤਮ ਕਰੋ। ਮੈਨੂੰ ਸੁਣ ਕੇ ਕੀ ਕਰਨਾ ਅਗਰ ਇਹਦੇ ਤੇ ਅਮਲ ਨਹੀਂ ਹੋ ਸਕਣਾ। ਦੇਖੋ ਡਾਕਟਰ ਸ਼ਾਹਿਦ ਨਸਰ ਸ਼ਾਹਿਦ ਸਾਹਿਬ, ਉਹ ਕਿੰਨਾ ਅੱਛਾ, ਉਹ ਕਹਿੰਦੇ ਪ੍ਰੈਕਟੀਕਲੀ ਹੁਣ ਕੁਛ ਕਰੀਏ। ਮੈਂ ਤਾਂ ਤੁਹਾਨੂੰ ਕਿਹਾ ਮੈਂ ਤਾਂ ਥੱਕ ਗਿਆ, ਮੈਨੂੰ ਦੱਸੋ ਤੁਸੀਂ ਕੌਂਸਲੇਟ ਹਰ ਮਹੀਨੇ ਦੇ ਆਖਰੀ ਜੁਮੇ ਦੇ ਬਾਅਦ ਚਲੇ ਜਾਇਆ ਕਰਾਂਗੇ। ਨਹੀਂ ਜੀ, ਕੋਈ ਤੁਹਾਨੂੰ ਪਰਵਾਹ ਹੀ ਨਹੀਂ। ਇਹ ਵਜ਼ੀਫਿਆਂ ਨਾਲ ਦੁਆਵਾਂ ਨਾਲ ਇਮਰਾਨ ਖਾਨ ਰਹਾ ਨਹੀਂ ਹੋਣਾ। ਤੁਹਾਨੂੰ ਇਹਦੇ ਲਈ ਹਿੰਮਤ ਕਰਨੀ ਪੈਣੀ ਹੈ। ਇਮਰਾਨ ਖਾਨ ਦੀ ਰਿਹਾਈ ਦੇ ਨਾਲ ਜੁੜਿਆ ਹੋਇਆ ਤੁਹਾਡੀ ਆਜ਼ਾਦੀ ਦਾ ਮਾਮਲਾ ਹੈ। ਐਕਚੁਅਲੀ ਤੁਸੀਂ ਇਹਨੂੰ ਇੰਦਾ ਕਿਉਂ ਨਹੀਂ ਅੰਡਰਸਟੈਂਡ ਕਰਦੇ? ਮੈਨੂੰ ਬਹੁਤ ਜ਼ਿਆਦਾ ਅਫਸੋਸ ਹੁੰਦਾ ਹੈ ਕਿ ਕਿਆ ਇਹ ਤੁਹਾਡਾ ਕੰਮ ਸਿਰਫ ਇਮਰਾਨ ਖਾਨ ਨੂੰ ਹੀ ਰਹਾ ਕਰਨਾ ਹੈ? ਔਰ ਉਹ ਕਿਉਂ ਰਹਾ ਨਹੀਂ ਹੋ ਰਿਹਾ? ਉਹਦੀ ਵਜ੍ਹਾ ਇਹ ਹੈ ਕਿ ਫੌਜੀ ਲੁਟੇਰੇ ਹਰਾਮਜ਼ਾਦੇ ਕੁੱਤੇ ਜਿਹੜਾ 2% ਖਾ ਰਹੇ ਨੇ, ਜਿਨ੍ਹਾਂ ਲਈ ਇਹ ਮੁਲਕ ਬਣਿਆ ਸੀ, ਇਹ ਯੂਸਫ ਖੋਕਰ ਵਗੈਰਾ ਹਰਾਮਜ਼ਾਦੇ, ਮਰਾਸੀ ਤਬਲਚੀ, ਇਹ ਕੰਗਲੇ ਜਿਹੜੇ ਆ ਅੱਜ ਅਰਬਪਤੀ ਬਣ ਕੇ, ਇਹਨੇ ਆਪਣੇ ਘਰ ਤੇ ਉੱਤੇ ਜੀਓ ਆਰਚ ਘਰ ਸੀ ਇਹਦਾ ਤੇ ਉਹਦਾ ਆਪਣਾ ਹਮਜ਼ੁਲਫ ਦਾ, ਦੋਨਾਂ ਨੇ। ਹਮਜ਼ੁਲਫ ਮਰ ਗਿਆ ਹੈ ਹੁਣ, ਉਹ ਸੈਕਟਰੀ CNW ਸੀ। ਉਹਦੋਂ 2-2 ਕਰੋੜ ਰੁਪਇਆ 2008 ਚ ਲਵਾਇਆ। 2-2 ਕਰੋੜ ਰੁਪਇਆ ਘਰ ਤੇ। ਉਹ ਐਂਟੀ ਕਰਪਸ਼ਨ ਡੋਗਰ ਸਾਹਿਬ ਹੁੰਦੇ ਸੀ, ਉਹਨਾਂ ਨੇ ਕੇਸ ਲੈ ਲਿਆ ਸੀ। ਉਹ ਫਿਰ ਸ਼ਹਿਬਾਜ਼ ਸ਼ਰੀਫ ਨੇ ਕਿਹਾ ਛੱਡੋ ਜੀ, ਦਫਾ ਕਰੋ, ਜਾਂਦੇ ਕਰੋ। ਐਡਾ ਵੱਡਾ ਕਰਪਸ਼ਨ, ਲੁਟੇਰਾ ਪੁਨਾ, ਗੁੰਡਾਗਰਦੀ, ਗੰਦ ਹੋ ਰਿਹਾ। ਚਲੋ ਜੀ, ਹੁਣ ਅਜ਼ਾਨ ਹੋ ਗਈ ਹੈ, ਕੱਲ ਤੱਕ ਦੀ ਇਜਾਜ਼ਤ